ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਵੈਲਕਮ ਟੂ ਮਾਈ YouTube ਚੈਨਲ। ਅੱਜ ਦਾ ਜਿਹੜਾ ਆਪਣਾ ਵਲੋਗ ਹੈ ਜੀ, ਤੁਹਾਨੂੰ ਪਤਾ ਹੀ ਆ ਜੀ, ਅਸੀਂ ਹਜੂਰ ਸਾਹਿਬ ਗਏ ਹੋਏ ਸੀ ਤੇ ਉੱਥੋਂ ਦੇ ਜਿੰਨੇ ਵੀ ਇਤਿਹਾਸਿਕ ਗੁਰਦੁਆਰਾ ਸਾਹਿਬ ਨੇ ਨਾਂਦੇੜ ਸਾਹਿਬ ਦੇ ਵਿੱਚ, ਉਹਨਾਂ ਦੇ ਅਸੀਂ ਤੁਹਾਨੂੰ ਅੱਜ ਦਰਸ਼ਨ ਕਰਾਵਾਂਗੇ, ਨਾਲੇ ਉਹਨਾਂ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂਗੇ। ਜਿਹੜੇ ਗੁਰਦੁਆਰਾ ਸਾਹਿਬ ਦੇ ਅੱਜ ਆਪਾਂ ਦਰਸ਼ਨ ਕਰਾਂਗੇ ਉਹ ਇਸ ਪ੍ਰਕਾਰ ਨੇ। ਗੁਰਦੁਆਰਾ ਸੰਗਤ ਸਾਹਿਬ ਜੀ, ਗੁਰਦੁਆਰਾ ਮਾਲ ਟੇਕਰੀ ਸਾਹਿਬ ਜੀ, ਗੁਰਦੁਆਰਾ ਮਾਤਾ ਭਾਗ ਕੌਰ ਜੀ, ਗੁਰਦੁਆਰਾ ਹੀਰਾ ਕਾਟ ਸਾਹਿਬ ਜੀ, ਗੁਰਦੁਆਰਾ ਮਾਤਾ ਸਾਹਿਬ ਦੇਵਾ ਜੀ। ਕਰਦੇ ਹਾਂ ਵੀਡੀਓ ਦੀ ਸ਼ੁਰੂਆਤ। ਅੱਜ ਸਾਡਾ ਪਹਿਲਾ ਦਿਨ ਤੇ ਟਾਈਮ ਹੋ ਗਿਆ 9 ਵਜੇ ਦਾ। ਹੁਣ ਆਪਾਂ ਚੱਲੇ ਆ ਜੀ ਦਰਸ਼ਨ ਕਰਨ ਵਾਸਤੇ ਜਿਹੜੇ ਗੁਰਦੁਆਰਾ ਸਾਹਿਬ ਇੱਥੇ ਨੇ। ਸਿਮਰਨ ਵੀ ਤਿਆਰ ਹੈ, ਸਿਮਰਨ ਤੂੰ ਵੀ ਤਿਆਰ ਹੈ, ਹੁਣ ਵੀ ਤਿਆਰ ਹੈ। ਆ ਸਾਡੀ ਸਰਾਹ ਹੈ ਜੀ, ਸਾਹਮਣੇ ਗੁਰਦੁਆਰਾ ਲੰਗਰ ਸਾਹਿਬ, ਬਿਲਕੁਲ ਸਾਹਮਣੇ ਹੀ ਸਰਾਹ ਹੈ ਜੀ। ਆ ਸਾਰਾ ਸਰਾਹ ਦਾ ਏਰੀਆ, NRI ਸਰਾਹ, ਧੰਨ ਧੰਨ ਬਾਬਾ ਬੁੱਢਾ ਜੀ। ਲੁਧਿਆਣੇ ਵਾਲੇ ਸਾਡੇ ਕਜ਼ਨਸ ਵੀ ਰੈਡੀ ਹੋ ਕੇ ਥੱਲੇ ਆ ਚੁੱਕੇ ਨੇ ਤੇ ਹੁਣ ਆਪਾਂ ਚੱਲਾਂਗੇ ਯਾਤਰਾ ਵਾ। ਟਾਈਮ ਦਾ ਥੋੜਾ ਧਿਆਨ ਰੱਖਦੇ ਹੋਏ ਸਵੇਰੇ ਟਾਈਮ ਨਾਲ ਹੀ ਤੁਸੀਂ ਨਿਕਲਿਓ ਜਦੋਂ ਵੀ ਤੁਸੀਂ ਯਾਤਰਾ ਤੇ ਜਾਣਾ, ਕਿਉਂਕਿ ਗੁਰਦੁਆਰਾ ਸਾਹਿਬ ਕਾਫੀ ਹੁੰਦੇ ਨੇ ਤੇ ਜਿਹੜੀ ਵਹੀਕਲ ਆ ਉਹ ਤੁਹਾਨੂੰ ਬਾਹਰੋਂ ਹੀ ਔਨ ਰੋਡ ਹੀ ਮਿਲ ਜਾਂਦੇ ਹੁੰਦੇ ਨੇ। 100 ਰੁਪਏ ਪਰ ਪਰਸਨ ਇਹਦੇ ਚਾਰਜਿਸ ਹੁੰਦੇ ਨੇ। ਜੇ ਤੁਸੀਂ ਆਪਣੀ ਖੁਦ ਪ੍ਰਾਈਵੇਟ ਗੱਡੀ ਬੁੱਕ ਕਰਨੀ ਹੁੰਦੀ ਹੈ ਤੁਸੀਂ ਖੁਦ ਵੀ ਕਰ ਸਕਦੇ ਹੋ, ਜੇ ਤੁਸੀਂ 9-10 ਮੈਂਬਰ ਹੈਗੇ ਹੋ। ਤੇ ਆਪਾਂ ਕਰ ਲਈ ਜੀ ਗੱਡੀ ਹੁਣ ਬੁੱਕ ਤੇ ਹੁਣ ਆਪਾਂ ਚੱਲੇ ਹਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ। ਸੱਚਖੰਡ ਸ੍ਰੀ ਹਜੂਰ ਸਾਹਿਬ ਦੇ ਨਾਲ ਦੀ ਸੜਕ ਤੋਂ ਆਪਾਂ ਜਾਣਾ ਜੀ। ਸਭ ਤੋਂ ਪਹਿਲਾਂ ਆਪਾਂ ਜਾਵਾਂਗੇ ਗੁਰਦੁਆਰਾ ਸੰਗਤ ਸਾਹਿਬ ਜੀ। ਲੋ ਜੀ ਆਪਾਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਸੰਗਤ ਸਾਹਿਬ ਜੀ। ਇਸ ਗੁਰਦੁਆਰੇ ਦਾ ਇਤਿਹਾਸ ਕੁਝ ਇਸ ਪ੍ਰਕਾਰ ਹੈ ਜੀ। ਇਹ ਗੁਰਦੁਆਰਾ ਸਾਹਿਬ ਗੋਦਾਵਰੀ ਨਦੀ ਦੇ ਕਿਨਾਰੇ ਦੇ ਉੱਤੇ ਹੀ ਬਣਾਇਆ ਗਿਆ ਹੈ। ਦੱਸਿਆ ਜਾਂਦਾ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇੱਥੇ ਆ ਕੇ ਹੀ ਆਪਣਾ ਡੇਰਾ ਲਾਇਆ ਸੀ। ਇਸ ਸਥਾਨ ਤੇ ਨਾਂਦੇੜ ਸਾਹਿਬ ਦੇ ਜਿਹੜੀ ਸੰਗਤ ਸੀ ਉਹ ਆ ਕੇ ਦਰਸ਼ਨ ਕਰਦੀ ਹੁੰਦੀ ਸੀ ਤੇ ਉਹਨਾਂ ਦੇ ਨਾਲ ਹੀ ਖਾਲਸਾ ਆਰਮੀ, ਜਿਹੜੀ ਕਿ ਖਾਲਸਾ ਫੌਜ ਸੀ, ਗੁਰੂ ਮਹਾਰਾਜ ਜੀ ਦੇ ਨਾਲ ਆਈ ਸੀ। ਉਹਨਾਂ ਨੇ ਆਪਣੀ ਤਨਖਾਹ, ਮਤਲਬ ਕਿ ਆਪਣੇ ਘਰ ਦੇ ਗੁਜ਼ਾਰੇ ਲਈ ਗੁਰੂ ਸਾਹਿਬ ਤੋਂ ਤਨਖਾਹ ਮੰਗੀ ਤੇ ਉਸ ਸਮੇਂ ਫਿਰ ਗੁਰੂ ਸਾਹਿਬ ਜੀ ਨੇ ਭਾਈ ਦਇਆ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਨੂੰ ਗੁਰਦੁਆਰਾ ਮਾਲ ਟੇਕਰੀ ਸਾਹਿਬ ਭੇਜਿਆ, ਜਿਹਦੇ ਦਰਸ਼ਨ ਮੈਂ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਤੋਂ ਬਾਅਦ ਕਰਾਵਾਂਗਾ। ਤੇ ਉਹਨਾਂ ਨੂੰ ਕਿਹਾ ਕਿ ਉੱਥੇ ਗੁਰੂ ਨਾਨਕ ਦੇਵ ਜੀ ਦੇ ਵੇਲੇ ਦਾ ਖਜ਼ਾਨਾ ਦੱਬਿਆ ਹੈ ਤੇ ਤੁਸੀਂ ਉੱਥੋਂ ਖਜ਼ਾਨਾ ਪੁੱਟ ਕੇ ਲਿਆਓ। ਉਸ ਖਜ਼ਾਨੇ ਨੂੰ ਸੰਗਤ ਦੇ ਵਿੱਚ ਵੰਡਿਆ ਜਾਏਗਾ। ਇਹ ਉਹੀ ਢਾਲ ਆ ਜਿਸ ਢਾਲ ਦੇ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਸ ਸਮੇਂ ਸੋਨੇ ਦੀਆਂ ਮੋਹਰਾਂ ਨੂੰ ਵੰਡਿਆ ਸੀ। ਤੇ ਇਸ ਤੋਂ ਉਪਰੰਤ ਹੁਣ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਮਾਲ ਟੇਕੜੀ ਸਾਹਿਬ ਤੇ ਉਸ ਦਾ ਇਤਿਹਾਸ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਜੀ। ਲੋ ਜੀ ਹੁਣ ਆਪਾਂ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਮਾਲ ਟੇਕੜੀ ਸਾਹਿਬ। ਮਾਲ ਮਤਲਬ ਖਜ਼ਾਨਾ, ਟੇਕਰੀ ਮਤਲਬ ਉੱਚੀ ਥਾਂ। ਗੁਰਦੁਆਰਾ ਸਾਹਿਬ ਦਾ ਇਤਿਹਾਸ ਤੁਸੀਂ ਪੜ੍ਹ ਵੀ ਸਕਦੇ ਹੋ ਤੇ ਉੱਥੋਂ ਦੇ ਇੱਕ ਸੇਵਾਦਾਰ ਦੀ ਤਰਫੋਂ ਦੱਸਿਆ ਗਿਆ ਤੇ ਉਹ ਵੀ ਤੁਸੀਂ ਸੁਣ ਸਕਦੇ ਹੋ। ਗੁਰੂ ਰੂਪਾਰੀ ਸ਼ਾਸਨ ਦੀ ਇਸ ਪਾਵਨ ਪਵਿੱਤਰ ਸਥਾਨ ਦਾ ਨਾਮ ਹੀ ਗੁਰਦੁਆਰਾ ਮਾਲ ਟੇਕਰੀ ਸਾਹਿਬ। ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ ਦੇ ਰੱਖੇ ਦੁੱਧ ਖਜ਼ਾਨੇ ਵਾਲੀ ਥਾਂ ਦੀ ਦਸਰਾ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਸਥਾਨ ਤੋਂ ਜਾਣਾ ਪਟ ਕੇ ਗੁਰਦੁਆਰਾ ਸੰਗਤ ਸਾਹਿਬ ਜਿਹੜਾ ਸ਼ਹਿਰ ਹੈ ਉੱਥੇ ਵੀ ਜਾ ਕੇ ਜਾਣਾ ਜਿਹੜੀ ਫੌਜ ਗੁਰੂ ਮਹਾਰਾਜ ਦੇ ਨਾਲ ਪੰਜਾਬ ਤੋਂ ਤੁਰ ਕੇ ਆਈ ਸੀ,
ਦੱਸਿਆ ਜਾਂਦਾ ਜੀ। ਇਹ ਆ ਉਹ ਕੰਧ ਜਿੱਥੇ ਖਜ਼ਾਨਾ ਆ। ਗੁਰਦੁਆਰਾ ਸਾਹਿਬ ਦੇ ਦਰਸ਼ਨ ਤੋਂ ਉਪਰੰਤ ਹੁਣ ਅਸੀਂ ਚੱਲੇ ਹਾਂ ਜੀ ਇਸੇ ਸਥਾਨ ਦੇ ਨਾਲ ਦੋ ਮੁਸਲਮਾਨ ਭਰਾਵਾਂ ਦੀ ਤਰਫੋਂ ਇਸ ਖਜ਼ਾਨੇ ਦੀ ਰੱਖਿਆ ਕੀਤੀ ਗਈ ਸੀ। ਉਹਨਾਂ ਦਾ ਇਤਿਹਾਸ ਵੀ ਤੁਹਾਡੇ ਨਾਲ ਕਰਦੇ ਹਾਂ ਸਾਂਝਾ। ਗਰਮੀ ਜ਼ਿਆਦਾ ਹੋਣ ਕਰਕੇ ਨਿੰਬੂ ਪਾਣੀ ਪੀ ਰਹੇ ਹਾਂ ਜੀ। ਉਸ ਤੋਂ ਬਾਅਦ ਅਸੀਂ ਚੱਲਦੇ ਹਾਂ ਅੱਗੇ। ਉਸ ਥਾਂ ਦੇ ਵੀ ਅਸੀਂ ਤੁਹਾਨੂੰ ਕਰਾਉਂਦੇ ਹਾਂ ਦਰਸ਼ਨ ਇਤਿਹਾਸ ਦੇ ਨਾਲ। ਗੁਰਦੁਆਰਾ ਸਾਹਿਬ ਦੇ ਨਾਲ ਹੀ ਪਿਛਲੇ ਪਾਸੋਂ ਤੁਸੀਂ ਦੇਖੋ ਜੀ, ਅਸੀਂ ਉੱਤੇ ਜਾ ਰਹੇ ਹਾਂ ਤੇ ਇਹ ਉਹ ਪੁਰਾਣੀ ਦੀਵਾਰ ਹੈ ਜੀ। ਇਹ ਉਹ ਪੁਰਾਣੀ ਦੀਵਾਰ ਹੈ, ਕਾਲੇ ਰੰਗ ਦੀਆਂ ਇੱਟਾਂ ਹੋ ਚੁੱਕੀਆਂ ਨੇ ਤੇ ਜਿੱਥੇ ਖਜ਼ਾਨਾ ਸੀ ਈਵਨ ਕਿ ਸਾਇੰਟਿਸਟ ਤੱਕ ਤੇ ਜਿਹੜੇ ਮੁਗਲ ਸਮਰਾਜ ਸੀ ਉਹਨਾਂ ਨੇ ਵੀ ਜ਼ੋਰ ਲਾ ਲਿਆ ਇਸ ਖਜ਼ਾਨੇ ਨੂੰ ਲੱਭਣ 'ਚ, ਪਰ ਇਹ ਖਜ਼ਾਨਾ ਕਿਸੇ ਨੂੰ ਨਹੀਂ ਪਤਾ ਲੱਗਿਆ। सुनी बाबे बड़ा भरा नाम सैयदी शाह हुसैन लकड़िशा फकीर, छोटा भरा सैयदी यतीम शाह फकीर, दोनों सगे भरा से। एक करतारपुर जलंधर से रहने वाले जो 6वें पातशाह ने भेजी थी खजाने की राखी के लिए। खजाने की राखी किया करना, झाड़ू मारिया करना, लकड़िशा नूरो सोने के 2 मोहरे मिलिया करना। 6 पातशाह से लेके 10वें पातशाह तक राखी की। आधा खजाना संगत साहब फौजों ने बांटिया और आधा खजाना लकड़िशा के पास रख दिया। दक्कन के मुगलों ने पता लगिया कि लकड़िशा के तो आधा खजाना बाकी रह गया। वो आके तंकी लकड़िशा में खजाना दसा दे, तेरे नाम दालिशा ने किला बना। लकड़िशा ने जवाब दी, मेरे पास खजाना होता तो मेरे नाम दालिशा ने किला बना लेता, तुझे गलत खबर मिली। एक किसी दी अमानत सी लकड़िशा ने मार कुट की, कुट बर्दाश्त नहीं किया, अरदाश की, धरती फट गई, लकड़िशा ते समा गई। दूजे भरा भी मार कुट की, 1.5 घंटे की मोहलत मांगी परिवार, लेकिन 1.5 साल चढ़ती थे आके रोन लग्या, बड़े भरा तू तो आराम से सो लिया। मैंने क्या गुदेरी सच्चा भरा तो खजाने की रात दसते ने तो पास बुलाने। तो बड़े भरा ने बोली, 96 करोड़ खालसे दी गले, जो 2.5 दिन का लंगर छकेगा उसी दी अमानत थी। तो उनकी गलती पड़ गई, वो भी थे समा। हम इसी खानदान से नवी पीढ़ी चली आ रही, बोले सोनी। ਸਤਿ ਸ਼੍ਰੀ ਅਕਾਲ। ਇਤਿਹਾਸ ਤੁਸੀਂ ਸਾਰਿਆਂ ਨੇ ਸੁਣ ਹੀ ਲਿਆ ਤੇ ਬਹੁਤ ਹੀ ਪੁਰਾਤਨ ਵੇਲੇ ਦੀਆਂ ਇੱਥੇ ਕੁਝ ਵਸਤੂਆਂ ਹੁਣ ਤੱਕ ਪਈਆਂ ਹੋਈਆਂ ਨੇ। ਆ ਮੈਂ ਜ਼ੂਮ ਕਰਕੇ ਤੁਹਾਨੂੰ ਵਿਖਾ ਰਿਹਾ ਜੀ, ਇਹੀ ਉਹ ਦੀਵਾਰ ਹੈ ਜੀ ਜਿਹੜੀ ਉਸ ਸਮੇਂ ਤੋੜੀ ਗਈ ਸੀ। ਤੇ ਹੁਣ ਆਪਾਂ ਚੱਲਦੇ ਹਾਂ ਜੀ ਅਗਲੇ ਗੁਰਦੁਆਰਾ ਸਾਹਿਬ। ਕੀ ਚੀਜ਼ ਹੈ ਬਾਬਾ ਜੀ? ਇਹ बाबा जी कमर का, जोड़ों का, मार का, चोट का, दर्दा वास्ते सब जड़ी बूटी का तेल लेता हूँ मालिश के लिए। आधे पूरे सर का दर्द, ये कमर का, जोड़ों का दर्द अभी लगा लो, 5 मिनट में फायदा मालूम हो जाता है। ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਮਾਤਾ ਭਾਗ ਕੌਰ ਜੀ। ਇਹ ਇਤਿਹਾਸਿਕ ਗੁਰਦੁਆਰਾ ਤਾਂ ਨਹੀਂ ਹੈਗਾ, ਪਰ ਮਾਤਾ ਭਾਗ ਕੌਰ ਜੀ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਬਾਈਪਾਸ ਤੇ ਰਾਹਗੀਰ ਜਿਹੜੇ ਕਿ ਆਉਂਦੇ ਜਾਂਦੇ ਨੇ ਉਹਨਾਂ ਦੀ ਲੰਗਰ ਵਿਵਸਥਾ ਵਾਸਤੇ ਬਣਾਇਆ ਗਿਆ ਜੀ। ਕਰੋ ਦਰਸ਼ਨ ਗੁਰਦੁਆਰਾ ਸਾਹਿਬ ਜੀ ਦੇ। ਸੰਤ ਬਾਬਾ ਸੁਲੱਖਣ ਸਿੰਘ ਜੀ ਕਾਰ ਸੇਵਾ ਵਾਲੇ, ਇਹ ਅਨੰਦਪੁਰ ਸਾਹਿਬ ਦੇ ਕਾਰ ਸੇਵਾ ਵਾਲੇ ਸੰਤ ਜੀ ਨੇ ਜਿਨ੍ਹਾਂ ਨੇ ਇੱਥੇ ਆਪਣੀ ਸੇਵਾ ਨਿਭਾਈ ਹੈ ਜੀ। ਇਸ ਤੋਂ ਉਪਰੰਤ ਹੁਣ ਅਸੀਂ ਚੱਲੇ ਹਾਂ ਜੀ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ। ਰਾਹ ਦੇ ਵਿੱਚ ਦੀਆਂ ਵੀਡੀਓ ਤੁਹਾਨੂੰ ਦਿਖਾ ਰਿਹਾ ਜੀ। ਦੇਖੋ ਰਾਹ ਦੇ ਵਿੱਚ ਇੱਕ ਵਿਆਹ ਵੀ ਸੀ ਤੇ ਪੋਸਟਰ ਤੁਸੀਂ ਵੇਖ ਸਕਦੇ ਹੋ। ਆ ਦੂਜੇ ਪਾਸੇ ਜੀ ਵਿਆਹ ਚੱਲਦਾ ਪਿਆ, ਟੈਂਟ ਲੱਗਿਆ ਹੋਇਆ। ਤੇ ਹੁਣ ਆਪਾਂ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਹੀਰਾ ਕਾਟ ਸਾਹਿਬ। ਇਸ ਦਾ ਇਤਿਹਾਸ ਕੁਝ ਇਸ ਪ੍ਰਕਾਰ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਹੀਰਾ ਕਾਟ ਸਾਹਿਬ ਜੀ। ਇਹ ਗੁਰਦੁਆਰਾ ਹੀਰਾ ਕਾਟ ਸਾਹਿਬ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਦੱਖਣ ਦੇਸ਼ ਵਿੱਚ ਆਏ ਤਾਂ ਸਭ ਤੋਂ ਪਹਿਲਾਂ ਇਸ ਅਸਥਾਨ 'ਤੇ ਆਪਣਾ ਡੇਰਾ ਲਾਇਆ। ਉਹਨਾਂ ਦੇ ਨਾਲ ਬਹਾਦਰ ਸ਼ਾਹ ਵੀ ਆਇਆ ਹੋਇਆ ਸੀ। ਇੱਕ ਦਿਨ ਗੁਰੂ ਜੀ ਦੀਵਾਨ ਸਜਾਏ ਬੈਠੇ ਸਨ। ਦੀਵਾਨ ਵਿੱਚ ਆ ਕੇ ਬਹਾਦਰ ਸ਼ਾਹ ਨੇ ਗੁਰੂ ਜੀ ਨੂੰ ਇੱਕ ਕੀਮਤੀ ਹੀਰਾ ਭੇਟ ਕੀਤਾ। ਹੀਰਾ ਲੈ ਕੇ ਗੁਰੂ ਜੀ ਨੇ ਪਿਛਲੇ ਪਾਸੇ ਵਹਿ ਰਹੀ ਨਦੀ ਗੋਦਾਵਰੀ ਵਿੱਚ ਸੁੱਟ ਦਿੱਤਾ।
ਬਹਾਦਰ ਸ਼ਾਹ ਮਨ ਹੀ ਮਨ ਸੋਚ ਕੇ ਪਰੇਸ਼ਾਨ ਹੋਇਆ ਕਿ ਮੈਂ ਇੰਨਾ ਕੀਮਤੀ ਹੀਰਾ ਭੇਟ ਕੀਤਾ, ਲੇਕਿਨ ਗੁਰੂ ਜੀ ਨੇ ਮੇਰੇ ਹੀਰੇ ਦੀ ਕੋਈ ਕਦਰ ਨਹੀਂ ਕੀਤੀ। ਗੁਰੂ ਜੀ ਜਾਣੀ ਜਾਣ ਸਨ। ਬਹਾਦਰ ਸ਼ਾਹ ਨੂੰ ਕਿਹਾ, ਬਹਾਦਰ ਸ਼ਾਹ, ਤੁਹਾਡਾ ਹੀਰਾ ਸਾਡੇ ਖਜ਼ਾਨੇ ਵਿੱਚ ਰੱਖਿਆ ਹੋਇਆ ਹੈ, ਜਰਾ ਗੋਦਾਵਰੀ ਨਦੀ ਵਿੱਚ ਪਛਾਣ ਕੇ ਲੈ ਆਓ। ਬਹਾਦਰ ਸ਼ਾਹ ਗੋਦਾਵਰੀ ਵਿੱਚ ਗਿਆ, ਦੋਵੇਂ ਹੱਥਾਂ ਨਾਲ ਬੁੱਕ ਭਰ ਕੇ ਵੇਖਣ ਲੱਗਿਆ। ਉਸਦੇ ਦੋਵੇਂ ਹੱਥ ਹੀਰਿਆਂ ਨਾਲ ਭਰੇ ਹੋਏ ਸਨ। ਉਸ ਨੂੰ ਆਪਣਾ ਹੀਰਾ ਪਛਾਣਿਆ ਨਹੀਂ ਗਿਆ। ਵਾਪਸ ਆ ਕੇ ਗੁਰੂ ਜੀ ਦੇ ਚਰਨੀ ਪੈ ਗਿਆ। ਕਹਿਣ ਲੱਗਾ, ਮਹਾਰਾਜ, ਮੈਨੂੰ ਮਾफ़ ਕਰ ਦਿਓ, ਮੈਨੂੰ ਪਤਾ ਨਹੀਂ ਸੀ ਕਿ ਇਹ ਤੁਹਾਡੇ ਖਜ਼ਾਨੇ ਵਿੱਚ ਰੱਖਿਆ ਹੋਇਆ ਹੈ। ਇਸ ਤਰ੍ਹਾਂ ਗੁਰੂ ਜੀ ਨੇ ਬਹਾਦਰ ਸ਼ਾਹ ਦਾ ਹੰਕਾਰ ਦੂਰ ਕੀਤਾ। ਇਸ ਕਰਕੇ ਇਸ ਗੁਰਦੁਆਰਾ ਸਾਹਿਬ ਜੀ ਦਾ ਨਾਮ ਗੁਰਦੁਆਰਾ ਹੀਰਾ ਘਾਟ ਰੱਖਿਆ ਗਿਆ। ਹੁਣ ਤੁਹਾਨੂੰ ਦਰਸ਼ਨ ਕਰਵਾਉਂਦੇ ਆ ਜੀ ਇਤਿਹਾਸਿਕ ਗੁਰਦੁਆਰਾ ਮਾਤਾ ਸਾਹਿਬ ਦੇਵਾ ਜੀ ਦਾ। ਦਰਸ਼ਨ ਦਿਓੜੀ ਦੇ ਤੁਸੀਂ ਕਰ ਰਹੇ ਹੋ ਜੀ ਦਰਸ਼ਨ। ਬਹੁਤ ਹੀ ਵੱਡਾ ਗੁਰਦੁਆਰਾ ਸਾਹਿਬ ਹੈ। ਦੱਸਿਆ ਜਾਂਦਾ ਜੀ ਗੁਰਦੁਆਰਾ ਬਹੁਤ ਹੀ ਜ਼ਿਆਦਾ ਇਤਿਹਾਸਿਕ ਹੈ, ਤੇ ਤੁਸੀਂ ਵੀ ਕਰੋ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੇ ਇਤਿਹਾਸ ਸੁਣੋ ਜੀ। ਸਭ ਤੋਂ ਪਹਿਲਾਂ ਅਸੀਂ ਗੁਰਦੁਆਰਾ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਉੱਪਰੇ ਸਥਾਨ ਤੇ ਆਏ ਹਾਂ ਜੀ। ਇਸ ਤੋਂ ਬਾਅਦ ਅਸੀਂ ਜਿਹੜਾ ਥੱਲੇ ਤਪ ਸਥਾਨ ਹੈ ਉੱਥੇ ਵੀ ਦਰਸ਼ਨ ਕਰਨ ਜਾਵਾਂਗੇ ਜੀ। ਕਰੋ ਦਰਸ਼ਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸ਼ਸਤਰ ਦੇ, ਕਿਉਂਕਿ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਹੀ ਸੋਹਣੇ ਸੋਹਣੇ ਸ਼ਸਤਰ ਵੀ ਹੈਗੇ ਨੇ। ਇਤਿਹਾਸ ਗੁਰਦੁਆਰਾ ਸਾਹਿਬ ਦਾ ਕੁਝ ਇਸ ਪ੍ਰਕਾਰ ਹੈ ਜੀ। ਸਤਿਗੁਰ ਪਾਤਸ਼ਾਹ ਜੀ ਮਾਤਾ ਜੀ ਵਾਪਸ ਡੇਰੇ ਨਹੀਂ ਗਏ। ਇੱਥੇ ਹੀ ਗੋਦਾਵਰੀ ਨਦੀ ਦੇ ਕਿਨਾਰੇ ਤੇ ਸਮਾਧੀ ਲਾ ਕੇ ਬੈਠੇ ਹਨ। ਤਾਂ ਗੁਰੂ ਸਾਹਿਬ ਜੀ ਫਰਮਾਉਂਦੇ ਹਨ, ਪਿਆਰੀ ਸਾਧ ਸੰਗਤ ਜੀ, ਮਾਤਾ ਸਾਹਿਬ ਦੇਵਾ ਜੀ ਨੇ ਇੱਥੇ ਸਤਿਯੁਗ ਵਿੱਚ ਬੈਠ ਕੇ ਬਹੁਤ ਭਗਤੀ ਬੰਦਗੀ ਕੀਤੀ ਹੈ। ਦੁਬਾਰਾ ਫਿਰ ਇਸ ਧਰਤੀ ਨਾਲ ਪਿਆਰ ਜਾਗ ਪਿਆ ਹੈ। ਮਾਤਾ ਜੀ ਦੇ ਇਸ ਸਮਾਧੀ ਅਸਥਾਨ ਤੇ ਤੰਬੂ ਲਾਇਆ ਗਿਆ। ਮਾਤਾ ਸਾਹਿਬ ਦੇਵਾ ਜੀ, ਮਾਤਾ ਭਾਗੋ ਜੀ ਤੇ ਹੋਰ ਸਿੱਖ ਸੰਗਤਾਂ ਇੱਥੇ ਲੰਗਰ ਦੀ ਸੇਵਾ ਕਰਿਆ ਕਰਦੇ ਸਨ। ਗੁਰੂ ਸਾਹਿਬ ਜੀ 2 ਵੇਲੇ ਦਾ ਇੱਥੇ ਲੰਗਰ ਪ੍ਰਸ਼ਾਦਾ ਪਾਣੀ ਛਕਦੇ, ਦੁਪਹਿਰੇ ਵਿਸਰਾਮ ਕਰਦੇ। ਰਾਤ ਨੂੰ ਗੁਰਦੁਆਰਾ ਹੀਰਾ ਘਾਟ ਸਾਹਿਬ ਰਾਜਦੇ। ਫਿਰ ਗੁਰੂ ਸਾਹਿਬ ਜੀ ਨੇ ਹੁਕਮ ਕੀਤਾ, ਸਾਹਿਬ ਦੇਵਾਂ ਜੀ, ਸਾਡੀ ਹੁਣ ਜਗਤ ਯਾਤਰਾ ਥੋੜ੍ਹੀ ਰਹਿ ਗਈ ਆ, ਤੁਸੀਂ ਆਪਣੀ ਵੱਡੀ ਭੈਣ ਸੁੰਦਰੀ ਜੀ ਕੋਲ ਦਿੱਲੀ ਚਲੇ ਜਾਓ। ਮਾਤਾ ਸਾਹਿਬ ਦੇਵਾਂ ਜੀ ਨੇ ਨਿਮਰਤਾ ਨਾਲ ਬੇਨਤੀ ਕੀਤੀ, ਸਤਿਗੁਰ ਪਾਤਸ਼ਾਹ ਜੀ, ਆਪ ਜੀ ਦੇ ਦਰਸ਼ਨ ਦਿਦਾਰੇ ਤੇ ਲੰਗਰ ਦੀ ਸੇਵਾ ਦਾ ਕੀ ਬਣੂ। ਗੁਰੂ ਸਾਹਿਬ ਜੀ ਨੇ ਬਚਨ ਕੀਤੇ ਕਿ ਸਾਹਿਬ ਦੇਵਾਂ ਜੀ, ਤੁਹਾਡੇ ਲੰਗਰ ਰਹਿੰਦੀ ਦੁਨੀਆ ਤੱਕ ਚੱਲਦੇ ਰਹਿਣਗੇ। ਜਿਹੜੀਆਂ ਸੰਗਤਾਂ ਸ਼ਰਧਾ ਭਾਵਨਾ ਨਾਲ ਤੇਰੇ ਲੰਗਰ ਵਿੱਚ ਸੇਵਾ ਅਤੇ ਸਿਮਰਨ ਕਰਿਆ ਕਰਨਗੀਆਂ, ਉਹਨਾਂ ਦੀਆਂ ਆਸਾਂ ਮੁਰਾਦਾਂ ਪੂਰੀਆਂ ਹੋਇਆ ਕਰਨਗੀਆਂ। ਲੰਗਰ ਵਿੱਚ ਕਿਸੇ ਚੀਜ਼ ਦੀ ਤੋੜ ਨਹੀਂ ਆਵੇਗੀ। ਮਾਤਾ ਸਾਹਿਬ ਦੇਵਾਂ ਜੀ ਨੇ ਇੱਥੇ ਕਲਯੁਗ ਵਿੱਚ ਵੀ ਰਹਿ ਕੇ 9 ਮਹੀਨੇ 9 ਦਿਨ ਅਤੇ 9 ਘੜੀਆਂ ਸੇਵਾ ਸਿਮਰਨ ਕੀਤਾ। ਸਤਿਗੁਰ ਪਾਤਸ਼ਾਹ ਜੀ ਨੇ ਮਾਤਾ ਸਾਹਿਬ ਦੇਵਾਂ ਜੀ ਨੂੰ 5 ਸ਼ਸਤਰ ਦੇ ਕੇ ਬਚਨ ਕੀਤੇ, ਸਾਹਿਬ ਦੇਵਾਂ ਜੀ, ਜਦੋਂ ਤੁਸੀਂ ਅੰਮ੍ਰਿਤ ਵੇਲੇ ਦੇ ਨਿਤਨੇਮ ਕਰਕੇ ਅਰਦਾਸ ਕਰਿਆ ਕਰੋਗੇ, ਇਹਨਾਂ ਸ਼ਸਤਰਾਂ ਵਿੱਚੋਂ ਤੁਹਾਨੂੰ ਸਾਡੇ ਦਰਸ਼ਨ ਹੋਇਆ ਕਰਨਗੇ। ਭਾਈ ਮਨੀ ਸਿੰਘ ਜੀ ਦੇ ਨਾਲ ਕੁਝ ਹੋਰ ਸਿੰਘ ਭੇਜ ਕੇ ਜਗਤ ਮਾਤਾ ਸਾਹਿਬ ਦੇਵਾਂ ਜੀ ਨੂੰ ਪਾਲਕੀ ਸਾਹਿਬ ਵਿੱਚ ਬਿਠਾ ਕੇ 5 ਸ਼ਸਤਰ ਸਜਾ ਕੇ
ਦਿੱਲੀ ਮਾਤਾ ਸੁੰਦਰੀ ਜੀ ਕੋਲ ਭੇਜਿਆ ਗਿਆ। ਔੜੀਆਂ ਉਤਰ ਕੇ ਮਾਤਾ ਜੀ ਦਾ ਸਤਿਯੁਗ ਦਾ ਤਪ ਅਸਥਾਨਿਆ ਦਰਬਾਰ ਸਾਹਿਬ ਦੇ ਹੇਠਾਂ ਦਰਸ਼ਨ ਕਰਕੇ ਜਾਣਾ। ਅੱਗੇ ਆਰ-ਪਾਰ ਦਰਾਜਾ ਅੱਗੇ ਜਾ ਕੇ ਦਸਵੇਂ ਪਾਤਸ਼ਾਹ ਦਾ ਦਰਬਾਰ ਆ, ਜਿੱਥੇ ਕਲਗੀਧਰ ਪਾਤਸ਼ਾਹ ਜੀ ਪ੍ਰਸ਼ਾਦਾ ਛਕਿਆ ਕਰਦੇ ਸਨ ਤੇ ਮਾਤਾ ਸਾਹਿਬ ਦੇਵਾਂ ਜੀ ਤਿਆਰ ਕਰਕੇ ਛਕਾਉਂਦੇ ਸਨ। ਉੱਥੇ ਸੰਗਤ ਨੇ ਦਰਸ਼ਨ ਕਰਕੇ ਜਾਣਾ, ਮੱਥਾ ਟੇਕਣਾ। ਉਹਦਾ ਵੀ ਆਰ-ਪਾਰ ਦਰਵਾਜ਼ਾ ਨਾਲ ਮਾਤਾ ਦਾ ਠੇਕਾ ਲੰਗਰ ਚੱਲ ਰਿਹਾ। ਸਤਿਯੁਗੀ ਤਪ ਸਥਾਨ ਮਾਤਾ ਸਾਹਿਬ ਦੇਵਾ ਜੀ ਦਾ ਇਹ ਉਹ ਤਪ ਸਥਾਨ ਹੈ ਜਿਹੜਾ ਕਿ ਮਾਤਾ ਸਾਹਿਬ ਦੇਵਾ ਜੀ ਨੇ ਸਤਿਯੁਗ ਦੇ ਵਿੱਚ ਜਨਮ ਲਿੱਤਾ ਸੀ ਤੇ ਗੋਦਾਵਰੀ ਨਦੀ ਦੇ ਕਿਨਾਰੇ ਬੈਠ ਸਮਾਧੀ ਲਾ ਕੇ ਤਪ ਕੀਤਾ ਸੀ ਜੀ। ਕਰ ਰਹੇ ਹੋ ਜੀ ਦਰਸ਼ਨ ਉਸ ਤਪ ਸਥਾਨ ਦੇ। ਉੱਥੇ ਨਾਲ ਹੀ ਬਹੁਤ ਹੀ ਸੋਹਣੇ ਸ਼ਸਤਰਾਂ ਨੂੰ ਫਰੇਮ ਕਰਵਾ ਕੇ ਤੇ ਹੋਰ ਵੀ ਬਹੁਤ ਹੀ ਸੋਹਣੇ ਸੋਹਣੇ ਚਿੱਤਰ ਲਾਏ ਗਏ ਨੇ ਜੀ। ਆਹ ਹੈ ਜੀ ਉਹ ਸਥਾਨ ਗੋਦਾਵਰੀ ਕਿਨਾਰੇ ਦੇ ਜਿੱਥੇ ਕਿ ਮਾਤਾ ਸਾਹਿਬ ਦੇਵਾ ਕੌਰ ਜੀ ਨੇ ਸਮਾਧੀ ਲਾ ਕੇ ਤਪੱਸਿਆ ਕੀਤੀ ਸੀ ਜੀ। ਇਸ ਤੋਂ ਉਪਰੰਤ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਉਹ ਸਥਾਨ ਦੇ ਅਸੀਂ ਤੁਹਾਨੂੰ ਦਰਸ਼ਨ ਕਰਾਉਣ ਲੱਗੇ ਹਾਂ ਜਿਸ ਸਥਾਨ ਤੇ ਗੁਰੂ ਸਾਹਿਬ ਜੀ ਵਿਸ਼ਰਾਮ ਕਰਦੇ ਹੁੰਦੇ ਸਨ। ਆ ਉਹੀ ਪੁਰਾਤਨ ਚੱਕੀ ਹੈ ਮਾਤਾ ਸਾਹਿਬ ਦੇਵਾ ਕੌਰ ਜੀ ਦੀ, ਜਿਸ ਦੇ ਨਾਲ ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਕੀਤਾ ਜਾਂਦਾ ਸੀ ਜੀ। ਇਸ ਤੋਂ ਬਾਅਦ ਤੁਸੀਂ ਬਾਹਰ ਨਿਕਲੋਗੇ ਜੀ, ਸਾਹਮਣੇ ਸ਼ਰਦਾਈ ਦੀ ਜਿਹੜੇ ਲੰਗਰ ਹੈ ਉਹ ਤੁਹਾਨੂੰ ਮਿਲੇਗਾ ਛਕਣ ਵਾਸਤੇ ਜੀ। ਗੁਰਦੁਆਰਾ ਸਾਹਿਬ ਦਾ ਜਿਹੜਾ ਕੈਂਪਸ ਹੈ ਬਹੁਤ ਹੀ ਵੱਡਾ ਹੈ। ਲੰਗਰ ਛਕਣ ਤੋਂ ਉਪਰੰਤ ਤੇ ਤੁਸੀਂ ਇੱਥੇ ਥੋੜਾ ਰੈਸਟ ਕਰ ਸਕਦੇ ਹੋ ਕਿਉਂਕਿ ਇਹ ਤੁਹਾਡੀ ਅੱਧ ਯਾਤਰਾ ਲੋਕਲ ਗੁਰਦੁਆਰਾ ਸਾਹਿਬ ਦੀ ਪੂਰੀ ਹੋ ਜਾਂਦੀ ਹੈ। ਤੇ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਜਿਹੜੇ ਬਚੇ 6 ਗੁਰਦੁਆਰਾ ਸਾਹਿਬ ਨੇ ਉਸ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰਾਵਾਂਗੇ। ਉਮੀਦ ਕਰਦਾ ਤੁਹਾਨੂੰ ਵੀਡੀਓ ਬਹੁਤ ਪਸੰਦ ਆਈ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।